ਰਿਸਪੈਕਟਿਵ ਪੇਰੈਂਟਸ ਐਂਡ ਮਾਈ ਡੀਅਰ ਸਟੂਡੈਂਟਸ, ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ। ਸੋ ਸਟੂਡੈਂਟਸ, ਅਸੀਂ ਅੱਜ ਦੇ ਵੈਬੀਨਾਰ ਦੇ ਥਰੂ ਮੈਂ ਤੁਹਾਡੇ ਸਾਹਮਣੇ ਸਟੂਡੈਂਟ ਵੀਜ਼ਾ ਰਿਕੁਆਇਰਮੈਂਟ ਜਨਵਰੀ 2021 ਇਨਟੇਕ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਸੋ ਫਸਟ ਆਫ ਆਲ ਸਟੂਡੈਂਟਸ, ਜਿਹੜੀਆਂ ਚੀਜ਼ਾਂ ਦੀ ਬੇਸਿਕ ਰਿਕੁਆਇਰਮੈਂਟ ਜਿਹੜੀ ਹੈ ਸਾਨੂੰ ਸਟੱਡੀ ਵੀਜ਼ਾ ਲਈ रहेगी 2021 जनवरी इनटेक ਲਈ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਉਂਦੀ ਹੈ ਸੋ ਦੈਟ ਇਜ਼ ਸਟੱਡੀ ਪਰਮਿਟ। ਸਟੱਡੀ ਪਰਮਿਟ ਆਬਟੇਨ ਕਰਨ ਤੋਂ ਇਲਾਵਾ ਸਾਨੂੰ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਜਿਹੜਾ ਹੈ ਉਹ ਵੀ ਆਬਟੇਨ ਜਿਹੜਾ ਹੈ ਉਹ ਕਰਨਾ ਪਏਗਾ। ਸੋ ਜਿਹੜੀਆਂ ਦੋ ਪ੍ਰੀ ਰਿਕੁਐਸਟਸ ਨੇ, ਵਨ ਇਜ਼ ਸਟੱਡੀ ਪਰਮਿਟ ਐਂਡ ਸੈਕੰਡ ਇਜ਼ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ। ਸੋ ਇਹ ਸਟੱਡੀ ਪਰਮਿਟ ਕੀ ਹੈ ਸਟੂਡੈਂਟਸ? ਸੋ ਸਟੱਡੀ ਪਰਮਿਟ ਉਹ ਡਾਕੂਮੈਂਟ ਹੈ ਜਿਹੜਾ ਇਸ਼ੂ ਕੀਤਾ ਜਾਂਦਾ ਹੈ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਦੇ ਵੱਲੋਂ, ਜਿਹਦੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਆਪਣੀਆਂ ਹਾਇਰ ਸਟੱਡੀਜ਼ ਜਿਹੜੀਆਂ ਨੇ ਉਹ ਕੰਟੀਨਿਊ ਕਰ ਸਕਦੇ ਹੋ। ਸੋ ਸਟੂਡੈਂਟ, ਇਹ ਕੋਈ ਵੀਜ਼ਾ ਨਹੀਂ ਹੈ, ਇਟ ਇਜ਼ ਜਸਟ ਅ ਪਰਮਿਟ ਔਰ ਅ ਡਾਕੂਮੈਂਟ। and then comes the temporary resident visa. So temporary resident visa ਜਿਹੜਾ ਹੈ ਉਹ ਵੀਜ਼ਾ ਹੈ ਜਿਹੜਾ ਸਟੱਡੀ ਪਰਮਿਟ ਦੇ ਨਾਲ ਸਾਨੂੰ obtain ਕਰਨਾ ਪਏਗਾ। ਅਸੀਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਹੜਾ ਹੈ ਉਹ ਐਂਟਰੀ ਕਰ ਪਾਵਾਂਗੇ। ਸੋ ਦੋ ਚੀਜ਼ਾਂ ਅਗੇਨ ਰਿਪੀਟ ਕਰ ਰਹੇ ਹਾਂ, ਸਾਨੂੰ ਰਿਕੁਐਸਟਸ ਪ੍ਰੀ ਰਿਕੁਐਸਟਸ ਰਹਿਣਗੀਆਂ ਕੈਨੇਡਾ ਦੇ ਵਾਸਤੇ। ਵਨ ਇਜ਼ ਸਟੱਡੀ ਪਰਮਿਟ ਐਂਡ ਸੈਕੰਡ ਇਜ਼ ਟੈਂਪਰੇਰੀ ਰੈਜ਼ੀਡੈਂਟ visa. And student, study permit allow करता है तानू study करन लई कैनेडा दे विच, और TR भी तानू allow करता है कैनेडा दे विच entry दे लई। And student साडे वाइवेस के काउंसलर जेडे ने तानू लेटेस्ट इंफॉर्मेशन देंगे और ताडी सीधी गलबात जेडी है वो साडे एक्सपर्ट इन माइग्रेशन एक्सपर्ट ICCRC मैंबर दे नाल जेड़ा है वो करवाएंगे। सो स्टडी परमिट ਲਈ ਜਿਹੜੇ ਸਾਨੂੰ ਡਾਕੂਮੈਂਟਸ ਦੀ ਰਿਕੁਆਇਰਮੈਂਟ ਰਹੇਗੀ ਉਹ ਕਿਹੜੇ-ਕਿਹੜੇ ਹਨ, ਮੈਂ ਤੁਹਾਡੇ ਨਾਲ ਉਹ ਡਿਸਕਸ ਕਰ ਲੈਣਾ। ਸਭ ਤੋਂ ਪਹਿਲਾਂ ਤੇ ਹੈ ਕਿ ਇੱਕ ਸਾਨੂੰ ਅਸੈਪਟੈਂਸ ਲੈਟਰ ਜਿਹੜੀ ਹੈ ਉਹ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਵੱਲੋਂ ਜਿਹੜੀ ਹੈ ਉਹ ਚਾਹੀਦੀ ਹੋਏਗੀ। ਸੋ ਅਸੈਪਟੈਂਸ ਲੈਟਰ ਤੋਂ ਇਲਾਵਾ ਸਾਨੂੰ ਇੱਕ ਵੈਲਿਡ ਟਰੈਵਲ ਡਾਕੂਮੈਂਟ ਜਾਂ ਜਿਹਨੂੰ ਅਸੀਂ ਪਾਸਪੋਰਟ ਕਹਿ ਦਿੰਦੇ ਹਾਂ ਉਹ ਸਾਡੀਆਂ ਰਿਕੁਆਇਰਮੈਂਟ ਹੋਏਗੀ ਸਟੱਡੀ ਪਰਮਿਟ ਐਂਡ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਅਪਲਾਈ ਕਰਨ ਦੇ ਲਈ। ਇਸ ਤੋਂ ਇਲਾਵਾ ਸਟੂਡੈਂਟਸ ਤੁਹਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਨੇ ਅਮਾਊਂਟ ਦੇ ਕਿ ਤੁਸੀਂ ਆਪਣੀ ਜਿਹੜੀ ਹੈ ਐਜੂਕੇਸ਼ਨ ਕੈਨੇਡਾ ਦੇ ਵਿੱਚ ਸਪੋਰਟ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ ਟਿਊਸ਼ਨ ਫੀਸ, ਲਿਵਿੰਗ ਐਕਸਪੈਂਸਿਸ ਤੁਹਾਡੇ ਤੇ ਤੁਹਾਡੇ ਫੈਮਿਲੀ ਦਾ ਕੋਈ ਮੈਂਬਰ ਤੁਹਾਡੇ ਨਾਲ ਜਿਹੜਾ ਜਾ ਰਿਹਾ ਹੈ ਉਹ ਰਹੇਗਾ। ਇਸ ਤੋਂ ਇਲਾਵਾ ਜਿਹੜੀ ਟਰਾਂਸਪੋਰਟੇਸ਼ਨ ਹੈ ਤੁਹਾਡੀ ਤੇ ਤੁਹਾਡੇ ਫੈਮਿਲੀ ਮੈਂਬਰਸ ਦੀ, ਸਾਨੂੰ ਸਾਰੇ ਦੇ ਸਾਰੇ ਫਾਈਨੈਂਸ਼ੀਅਲ ਡਾਕੂਮੈਂਟਸ ਜਿਹੜੇ ਨੇ ਉਹ ਸ਼ੋ ਕਰਨੇ ਹੋਣਗੇ ਕਿ ਤੁਸੀਂ ਆਪਣੀ ਐਜੂਕੇਸ਼ਨ ਜਿਹੜੀ ਹੈ ਉਹ ਸਪੋਰਟ ਕਰ ਸਕਦੇ ਹੋ। ਐਂਡ ਇਸ ਤੋਂ ਇਲਾਵਾ ਤੁਹਾਨੂੰ ਪੁਲਿਸ ਸਰਟੀਫਿਕੇਸ਼ਨ ਦੀ ਜ਼ਰੂਰਤ ਪਏਗੀ ਕਿ ਤੁਸੀਂ ਇੱਕ ਲਾ ਅਬਾਈਡਿੰਗ ਸਿਟੀਜ਼ਨ ਹੋ ਔਰ ਕਿਸੇ ਵੀ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਉਹ ਕਿਸੇ ਸਟੂਡੈਂਟ ਦਾ ਨਹੀਂ ਹੋਣਾ ਚਾਹੀਦਾ। ਐਂਡ ਲਾਸਟ, ਤੁਹਾਨੂੰ ਇੱਕ ਮੈਡੀਕਲ ਐਗਜ਼ਾਮ ਜਿਹੜਾ ਹੈ ਉਹ ਕਲੀਅਰ ਕਰਨਾ ਪਏਗਾ, ਦੱਸਣਾ ਪਏਗਾ ਕਿ ਯੂ ਆਰ ਇਨ ਗੁੱਡ ਹੈਲਥ। ਸੋ ਪ੍ਰੂਫ ਕਰਨ ਲਈ ਫਾਈਨੈਂਸ਼ੀਅਲ ਸਪੋਰਟ ਲਈ ਕਿ ਤੁਹਾਡੇ ਕੋਲ ਇਨਫ ਮਨੀ ਹੈ, ਤੁਹਾਡੇ ਉਹਦੇ ਲਈ ਪ੍ਰੂਫ ਕਰਨ ਲਈ ਜਿਹੜੇ ਡਾਕੂਮੈਂਟ ਚਾਹੀਦੇ ਹੋਣਗੇ, ਸਭ ਤੋਂ ਪਹਿਲਾਂ ਉਹ ਤੁਹਾਨੂੰ ਡਾਕੂਮੈਂਟ ਚਾਹੀਦਾ ਹੋਏਗਾ ਗਰੰਟੀ ਇਨਵੈਸਟਮੈਂਟ ਸਰਟੀਫਿਕੇਟ। ਸੋ ਇਹ ਉਹ ਡਾਕੂਮੈਂਟੇਸ਼ਨ ਹੈ ਜਿਹਦੇ ਨਾਲ ਤੁਸੀਂ ਆਪਣਾ ਅਕਾਊਂਟ ਕੈਨੇਡਾ ਦੇ ਕਿਸੇ ਬੈਂਕ ਦੇ ਵਿੱਚ ਕ੍ਰੀਏਟ ਕਰਦੇ ਹੋ ਔਰ ਮਨੀ ਟ੍ਰਾਂਸਫਰ ਕਰਦੇ ਹੋ, ਔਰ ਉਹ ਮਨੀ ਤੁਹਾਡੇ 1 ਸਾਲ ਦੇ ਲਿਵਿੰਗ ਐਕਸਪੈਂਸਿਸ ਦੇ ਬਰਾਬਰ ਹੁੰਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਐਜੂਕੇਸ਼ਨ ਲੋਨ ਲਿਆ ਹੈ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ, ਉਹਦੀ ਡਾਕੂਮੈਂਟੇਸ਼ਨ ਸਬਮਿਟ ਜਿਹੜੀ ਹੈ ਉਹ ਕਰਵਾਉਣੀ ਪਏਗੀ। ਬੈਂਕ ਸਟੇਟਮੈਂਟਸ ਜਿਹੜੀਆਂ ਹੈ ਉਹ ਆਪਣੀਆਂ ਦੇਣੀਆਂ ਪੈਣਗੀਆਂ 6 ਮੰਥਸ ਦੀਆਂ। ਔਰ ਜਿਹੜੀ ਅਮਾਊਂਟ ਤੁਸੀਂ ਆਪਣੇ ਨਾਲ ਲੈ ਕੇ ਜਾ ਰਹੇ ਹੋ ਕਨਵਰਟੇਬਲ ਕਰੰਸੀ ਦਾ ਬੈਂਕ ਡਰਾਫਟ ਹੋਣਾ ਚਾਹੀਦਾ ਹੈ। ਪ੍ਰੂਫ ਆਫ ਪੇਮੈਂਟ ਆਫ ਟਿਊਸ਼ਨ ਐਂਡ ਅਕੋਮੋਡੇਸ਼ਨ ਫੀਸ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਟਿਊਸ਼ਨ ਫੀਸ ਐਂਡ ਅਕੋਮੋਡੇਸ਼ਨ ਫੀਸ ਜਿਹੜੀ ਹੈ ਉਹ ਪੇ ਕਰ ਚੁੱਕੇ ਹੋ ਔਰ ਉਹਦੇ ਪ੍ਰੂਫ ਜਿਹੜੇ ਨੇ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਜੇ ਕੋਈ ਤੁਹਾਡੀ ਸਟੱਡੀਜ਼ ਨੂੰ ਫੰਡਿੰਗ ਕਰ ਰਿਹਾ ਹੈ ਤੇ ਉਸ ਪਰਸਨ ਵੱਲੋਂ ਇੱਕ ਤੁਹਾਨੂੰ
अथॉरिटी लैटर चाहिए होएगी कि दैट परसन जिहड़ा है वो तुहाडी इंस्टीट्यूशन दे विच सारी दी सारी फंडिंग जिहड़ी है ट्यूशनस दी वो कर रहा है। जे तुहाडी कोई स्कॉलरशिप लगी है तो तुहानू उहदे प्रूफ जिहड़े है वो नाल सबमिट करवाने पैणगे कि एस पर्टिकुलर एजेंसी और एस कैनेडियन फंडी एजुकेशन प्रोग्राम के थ्रू तुहाडी जिहड़ी है वो एजुकेशन जिहड़ी है सपोर्ट की जा रही है। So please note that these are the basic requirements when you apply for a study permit and temporary resident visa. So students ਜਦੋਂ ਅਸੀਂ temporary resident visa and study permit ਲਈ apply ਕਰਦੇ ਹਾਂ ਜਿਹੜਾ ਸਾਡੇ ਕੋਲ ਸਭ ਤੋਂ ਸਾਹਮਣੇ ਪਹਿਲਾਂ ਹੀ ਚੀਜ਼ ਆਉਂਦੀ ਹੈ that is SDS ਕਿ student direct stream ਕੀ ਹੈ। ਸੋ ਸਟੂਡੈਂਟ ਜਦੋਂ ਅਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਨ ਜਾਂਦੇ ਹਾਂ ਤੇ ਸਾਡੇ ਕੋਲ स्टूडेंट वीज़ा अप्लाई करने लिए प्रोग्राम जिहड़ा है वो कनेडा गवर्नमेंट ने खास करके इंडियन स्टूडेंट्स लिए डिवेलप किया है जिन्हों असी SDS प्रोग्राम भी कहते हैं। सो SDS प्रोग्राम दे थ्रू असी स्टडी परमिट जिहड़ा है हासिल कर सकते हैं और अप्लाई कर सकते हैं टू स्टडी इन कैनेडा एट ए पोस्ट ग्रेजुएट पोस्ट सैकेंडरी डेजिग्नेटेड लर्निंग इंस्टीट्यूट्स तो। SDS प्रोग्राम जिहड़ा है वो अवेलेबल रहिंदा है लीगल रेजिडेंस इंडिया, चाइना, मोरक्को, पाकिस्तान, फिलीपींस, सेनेगल, वियतनाम कंट्रीज दे लई। सो इस प्रोग्राम ਲਈ एलिजिबल होने ਲਈ स्पेसिफिक रिक्वायरमेंट्स ਜਿਹੜੀਆਂ ਹੈ ਉਹ ਰਹਿੰਦੀਆਂ ਹੈ ਉਹ ਮੈਂ ਤੁਹਾਡੇ ਨਾਲ ਨੈਕਸਟ ਅਗਲੀ ਸਲਾਈਡ ਦੇ ਉੱਪਰ ਸ਼ੇਅਰ ਕਰਾਂਗਾ। Students, you have to meet the eligibility criteria via SDS. Most application are processed ਜਿਹੜੀਆਂ ਨੇ ਉਹ 20 days ਦੇ ਅੰਦਰ ਅੰਦਰ ਹੋ ਜਾਂਦੀਆਂ। So eligibility criteria ਕੀ ਹੈ SDS ਦਾ? ਸਭ ਤੋਂ ਪਹਿਲਾਂ ਤੇ ਤੁਹਾਨੂੰ ਆਫਰ ਲੈਟਰ ਚਾਹੀਦੀ ਹੈ ਪੋਸਟ ਸੈਕੰਡਰੀ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ। ਦੈਨ ਟਿਊਸ਼ਨ ਫੀ ਜਿਹੜੀ ਹੈ ਤੁਸੀਂ ਉਹ 1 ਸਾਲ ਦੀ ਜਿਹੜੀ ਹੈ ਉਹ ਪੇ ਕੀਤੀ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਗਰੰਟੀ ਇਨਵੈਸਟਮੈਂਟ ਸਰਟੀਫਿਕੇਟ ਹੋਣਾ ਚਾਹੀਦਾ ਹੈ ਕਿ ਤੁਸੀਂ $10,000 ਕੈਨੇਡੀਅਨ ਡਾਲਰ ਆਲਰੇਡੀ ਕੈਨੇਡਾ ਬੈਂਕ ਦੇ ਵਿੱਚ ਸਬਮਿਟ ਕਰਵਾ ਚੁੱਕੇ ਹੋ। ਦੈਨ ਤੁਹਾਡੀ ਮਿਨੀਮਮ ਆਇਲਸ ਸਕੋਰ 6 ਬੈਂਡ ਹੋਣੇ ਚਾਹੀਦੇ ਹਨ, ਨਾਟ ਲੈਸ ਦੈਨ 6 ਹੋਣੇ ਚਾਹੀਦੇ ਹਨ। ਜੇ ਤੁਸੀਂ ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਦਿੱਤਾ ਹੈ ਤੇ ਉਹਦਾ ਕੈਨੇਡੀਅਨ ਲੈਂਗੁਏਜ ਬੈਂਕ ਮਾਰਕ ਦੇ ਉੱਪਰ ਐਟਲੀਸਟ 7 ਬੈਂਡਸ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਈਚ ਸਕਿੱਲਸ ਦੇ ਵਿੱਚ, ਰੀਡਿੰਗ, ਰਾਈਟਿੰਗ, ਸਪੀਕਿੰਗ ਐਂਡ ਲਿਸਨਿੰਗ ਦੇ ਵਿੱਚ। एलिजिबिलिटी क्राइटेरिया अगेन कंटिन्यू कर रहे हैं। इफ सब तो पहला तो ऑफर लैटर चाहिए फ्रॉम डेजिग्नेटेड लर्निंग इंस्टीट्यूट तो। प्रूफ ऑफ पेमेंट चाहिए है कि तुसी ऑलरेडी ट्यूशन फीस जी है वो पेमेंट कर चुके हो। दैन गारंटी इन्वेस्टमेंट सर्टिफिकेट पेमेंट लैटर ऑफ अटेस्टेशन जी है वो चाहिए है। आयल्स TRF या TEF स्कोर कार्ड चाहिए है। कॉपी ऑफ मेडिकल एग्जाम चाहिए है। रेलिवेंट एकेडमिक बैकग्राउंड सर्टिफिकेट्स चाहिए होंगे जिहदे विच तुसीं रीसेंट अपनी जिहड़ी स्टडी कंप्लीट की है वो एकेडमिक डॉक्यूमेंट सारे दे सारे अटैच होंगे। एंड दैन एडिशनल रिक्वायरमेंट ऑफ CAQ रहेगी फॉर स्टूडेंट्स अटेंडिंग टू स्टडी इन क्यूबेक। ते जिहड़े स्टूडेंट्स क्यूबेक दे विच रहणगे उहदे विच एडिशनल रिक्वायरमेंट रहेगी कि उन्हां ने सर्टिफिकेट ऑफ एक्सेप्टेंस जिहड़ा है वो देना होएगा क्यूबेक लई ਜਿਹੜੇ स्टूडेंट्स क्यूबिक ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹਨ। ਸੋ स्टूडेंट्स डेजिग्नेटेड लर्निंग इंस्टीट्यूट्स ਕੀ ਨੇ? as per paragraph 216E of Immigration and Refugee Protection section R211.1 ਇਹ ਸਾਨੂੰ ਡੈਫੀਨੇਸ਼ਨ ਦੱਸਦਾ ਹੈ ਡੈजिग्नेटेड लर्निंग इंस्टीट्यूट ਦੀ। ਸੋ ਉਹ ਸਾਰੇ ਪ੍ਰਾਇਮਰੀ ਐਂਡ ਸੈਕੰਡਰੀ ਇੰਸਟੀਚਿਊਟ ਕੈਨੇਡਾ ਦੇ ਵਿੱਚ which are automatically designated और जिन्हां दा एग्रीमेंट जिहड़ा है वो मिनिस्ट्री ऑफ इमीग्रेशन एंड रिफ्यूजी एंड सिटीजनशिप कैनेडा दे नाल है वो डेजिग्नेटेड लर्निंग इंस्टीट्यूट्स दे अंदर आंदे ने। इस तो इलावा जिन्ने भी पोस्ट सैकेंडरी लैवल दे एजुकेशनल इंस्टीट्यूट्स ने वो डेजिग्नेट किए जाते हैं प्रोविंसेस दे थ्रू एंड टैरीटरीज दे थ्रू जिन्हां दी कंप्लीट
ਜਿਹੜੀ evergreen list है वो IRCC website ਦੇ ਉੱਪਰ already available है। इस तो इलावा ਜਿਹੜੇ ਲਰਨਿੰਗ ਇੰਸਟੀਚਿਊਟ ਜਿਹੜੇ ਐਡਮਿਨਿਸਟਰਡ ਕੀਤੇ ਜਾਂਦੇ ਨੇ ਫੈਡਰਲ ਡਿਪਾਰਟਮੈਂਟ ਦੁਆਰਾ ਔਰ ਏਜੰਸੀਜ਼ ਦੁਆਰਾ, that means ਜਿਨ੍ਹਾਂ ਦੀ एडमिनिस्ट्रेशन है वो फेडरल डिपार्टमेंट और एजेंसी के कोल है, they all come under the designated learning institute. So study permit लैन ली students you have to pay Canadian $150 और जी लेटेस्ट फीस स्ट्रक्चर है तुसी है गिवन वेबसाइट के ऊपर जाके किसी भी वेले जी है वो लै सकते हो। So this website is the Canada's official website और ਇਹਦੇ ਉੱਪਰ जो फीस ਦਿੱਤੀ गई है वो फीस ही ਜਿਹੜੀ है वो ਲਈ ਜਾਂਦੀ है। So study in Canada ਲਈ ਸਭ ਤੋਂ ਪਹਿਲਾਂ ਤੇ ਇਹ ਮੈਂ ਦੱਸਣਾ ਚਾਹੁੰਦਾ ਕਿ ਇੱਕ ਸਭ ਤੋਂ ਬੈਸਟ ਡੈਸਟੀਨੇਸ਼ਨ ਹੈ ਸਟੂਡੈਂਟਸ ਲਈ। Until August 2019 Canada ਵਿੱਚ 70,000 ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ वो अपनी हायर स्टडीज ਜਿਹੜੀਆਂ ਨੇ ਉਹ ਕਰ ਰਹੇ ਸੀਗੇ। ਜਿਹੜੇ ਪ੍ਰੋਗਰਾਮ ਨੇ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਅੰਡਰ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਨੇ ਜਿਹੜੇ ਯੂਨੀਵਰਸਿਟੀਜ਼ ਐਂਡ ਕਾਲਜਸ ਦੇ ਵਿੱਚ ਨੇ, ਉਹਨਾਂ ਦਾ ਜਿਹੜਾ ਇਨਟੇਕ ਰਹਿੰਦਾ ਹੈ ਉਹ ਫਾਲ ਸਤੰਬਰ ਔਰ ਵਿੰਟਰ ਜਨਵਰੀ ਜਿਹੜਾ ਹੈ ਉਹ ਰਹਿੰਦਾ ਹੈ, ਜਿਹਦੀ ਕਿ ਡੈਡਲਾਈਨ ਜਿਹੜੀ ਹੈ ਦਸੰਬਰ ਟੂ ਮਾਰਚ ਦੇ ਵਿੱਚ ਰਹਿੰਦੀ ਹੈ। ਸਤੰਬਰ ਇਨਟੇਕ ਲਈ ਐਂਡ ਸਤੰਬਰ अक्तूबर नवंबर ਦੇ 3 ਮੰਥ ਰਹਿੰਦੇ ਨੇ ਜਿਹਦੇ ਵਿੱਚ ਅਸੀਂ ਜਨਵਰੀ ਇਨਟੇਕ ਲਈ ਅਪਲਾਈ ਕਰਨਾ ਹੁੰਦਾ ਹੈ। ਡਿਪਲੋਮਾ ਪ੍ਰੋਗਰਾਮਸ ਜਿਹੜੇ ਕਾਲਜਸ ਦੇ ਵਿੱਚ ਅਵੇਲੇਬਲ ਰਹਿੰਦੇ ਨੇ ਉਹ ਜਨਵਰੀ ਮਈ ਅਗਸਤ ਔਰ ਸਤੰਬਰ ਦੇ ਵਿੱਚ ਅਵੇਲੇਬਲ ਰਹਿੰਦੇ ਨੇ ਔਰ ਉਹਨਾਂ ਦੀ ਡੈਡਲਾਈਨਸ ਜਿਹੜੀ ਹੈ ਉਹ ਅਗਸਤ ਤੋਂ ਸਤੰਬਰ, ਜਨਵਰੀ ਤੋਂ ਫਰਵਰੀ ਐਂਡ ਫਰਵਰੀ ਤੋਂ ਅਪ੍ਰੈਲ ਰਹਿੰਦੀ ਹੈ। ਸੋ ਡਿਪਲੋਮਾ ਕੋਰਸਿਸ ਜਿਹੜੇ ਨੇ ਆਲਮੋਸਟ ਤਿੰਨੇ ਹੀ ਇਨਟੇਕਸ ਦੇ ਵਿੱਚ ਜਿਹੜੇ ਹੈ ਉਹ ਅਵੇਲੇਬਲ ਰਹਿੰਦੇ ਨੇ और अंडर ग्रेजुएट एंड पोस्ट ग्रेजुएट ਜਿਹੜੇ ਨੇ ਉਹ ਸਤੰਬਰ ਐਂਡ ਜਨਵਰੀ ਇਨਟੇਕ ਲਈ ਅਵੇਲੇਬਲ ਰਹਿੰਦੇ ਨੇ। ਸੋ ਜੇ ਅਸੀਂ ਫੀਸ ਦੀ ਗੱਲ ਕਰੀਏ ਤੇ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਜਿਹੜੇ ਨੇ ਉਹਨਾਂ ਦੀ ਐਵਰੇਜ ਫੀਸ ਜਿਹੜੀ ਹੈ ਉਹ $13,000 ਤੋਂ $20,000 ਕੈਨੇਡੀਅਨ ਡਾਲਰ ਪਰ ਈਅਰ ਜਿਹੜੀ ਹੈ ਉਹ ਰਹਿੰਦੀ ਹੈ। ਐਂਡ ਦੈਟ ਡਿਪੈਂਡਸ ਅਪਨ ਦਾ ਰੇਟ ਆਫ ਡਾਲਰ ਕਿ ਉਸ ਦਿਨ ਜਿਸ ਦਿਨ ਤੁਸੀਂ ਫੀਸ ਉਤਾਰ ਰਹੇ ਹੋ ਸੇਮ ਡੇ ਡਾਲਰਸ ਦਾ ਰੇਟ ਜਿਹੜਾ ਹੈ ਉਹ ਕੀ ਹੈ। ਸੋ ਇਹਦੇ ਉੱਪਰ ਕਾਫੀ ਕੁਝ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ। ਜਿਹੜੇ ਪੋਸਟ ਗ੍ਰੈਜੂਏਟ ਮਾਸਟਰ ਡਿਗਰੀ ਪ੍ਰੋਗਰਾਮਸ ਨੇ ਉਹਨਾਂ ਦੀ ਫੀਸ ਥੋੜੀ ਹਾਇਰ ਐਂਡ ਤੇ ਹੈ ਅਦਰ ਦੈਨ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਉਹ 17,000 ਤੋਂ ਲੈ ਕੇ $25,000 ਕੈਨੇਡੀਅਨ ਡਾਲਰ ਜਿਹੜੀ ਹੈ ਪਰ ਸਾਲ ਹੈ। ਜਿਹੜੇ ਡਾਕਟਰ ਡਿਗਰੀ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸਕਾਲਰਸ਼ਿਪਸ ਜਿਹੜੀਆਂ ਨੇ ਉਹ ਅਵੇਲੇਬਲ ਰਹਿੰਦੀਆਂ ਨੇ। ਉਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਐਨੂਅਲ ਫੀਸ ਹੈ that is comparatively less as compared to undergraduate and postgraduate programs। सब तो महंगे ਜਿਹੜੇ ਕੋਰਸਿਸ ਨੇ ਉਹ MBA ਦੇ ਰਿਲੇਟਡ ਨੇ ਜਿੱਥੇ ਐਨੂਅਲ ਫੀਸ ਜਿਹੜੀ ਹੈ ਉਹ 30,000 to 40,000 ਕੈਨੇਡੀਅਨ ਡਾਲਰ ਪਰ ਈਅਰ ਜਿਹੜੀ ਹੈ ਉਹ ਰਹਿੰਦੀ ਹੈ। ਸੋ ਸਟੂਡੈਂਟਸ ਜਿਹੜੀਆਂ ਸਕਾਲਰਸ਼ਿਪਸ ਅਵੇਲੇਬਲ ਨੇ ਕੈਨੇਡਾ ਦੇ ਵਿੱਚ ਹਾਇਰ ਐਜੂਕੇਸ਼ਨ ਲਈ ਸਭ ਤੋਂ ਪਹਿਲਾਂ ਤੇ ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਹੈ ਜਿਹੜੇ ਆਫਰ ਕਰਦੀ ਹੈ ਵੇਰੀਅਸ ਟਾਈਪ ਆਫ ਫੈਲੋਸ਼ਿਪਸ, ਠੀਕ ਹੈ। और यह जी फैलोशिप है पोस्ट डॉक्टरेट लैवल के उपर अप्लाई की जाती है। सो जेडे परसन ने अपनी डॉक्टरेट डिग्री तो बाद पोस्ट डॉक्टरेट फैलोशिप या रिसर्च के उपर काम करना है, सो दिस स्कॉलरशिप इज अवेलेबल फॉर दोज स्टूडेंट्स। उस तो इलावा कैनेडियन कॉमनवेल्थ स्कॉलरशिप एंड फैलोशिप प्रोग्राम्स ने अगेन इट इज़ फॉर एडवांस स्टडी एंड रिसर्च एट मास्टर एंड PhD लैवल। ਇਹਦੇ ਵਿੱਚ ਜੋ ਫੈਲੋਸ਼ਿਪ ਦਿੱਤੀ ਜਾਂਦੀ ਹੈ ਉਹ ਤੁਹਾਡੇ ਲਿਵਿੰਗ ਅਲਾਉਂਸਸ ਨੇ ਤੇ ਕੰਪਲਸਰੀ ਟਿਊਸ਼ਨ ਫੀਸ ਹੈ ਜੋ ਤੁਹਾਡੀ ਪੇ ਕੀਤੀ ਜਾਂਦੀ ਹੈ। ਸੋ ਅੰਟਾਰੀਓ ਗ੍ਰੈਜੂਏਟ ਸਕਾਲਰਸ਼ਿਪ ਪ੍ਰੋਗਰਾਮ ਹੈ, ਇਹ ਗ੍ਰੈਜੂਏਟ ਸਟੂਡੈਂਟਸ ਲਈ ਹੈ ਜਿਹੜੇ ਕਿ ਡਿਫਰੈਂਟ ਡਿਸਪਲਿਨਸ ਦੇ ਵਿੱਚ ਸਟੱਡੀ ਕਰ ਰਹੇ ਨੇ। ਜਿਹੜੀਆਂ ਪ੍ਰੀ ਰਿਕੁਐਸਟਸ ਰਹਿੰਦੀਆਂ ਹੈ ਉਹਦੇ ਵਿੱਚ ਅਪਲਾਈ ਕਰਨ ਲਈ ਇੱਕ ਤੇ ਸਟੂਡੈਂਟਸ ਕੋਲ ਆਫਰ ਲੈਟਰ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਆਫ ਅੰਟਾਰੀਓ ਦੀ and obtain a valid study permit और ਉਹਦੇ ਕੋਲ ਇੱਕ valid study permit ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਜਿਹੜੀ fourth scholarship ਹੈ that is National Research Council of Canada ਦੁਆਰਾ ਹੈ। ਇਹ PhD ਹੋਲਡਰਸ ਲਈ ਹੈ ਜਿਹੜੇ ਨੈਚੁਰਲ ਸਾਇੰਸ ਐਂਡ ਇੰਜੀਨੀਅਰਿੰਗ ਡਿਸਪਲਿਨ ਦੇ ਉੱਪਰ ਆਪਣਾ ਰਿਸਰਚ ਪ੍ਰੋਗਰਾਮ ਜਿਹੜਾ ਹੈ ਉਹ ਕਰਨ ਲਈ ਜਾਂ ਹਾਇਰ ਸਟੱਡੀਜ਼ ਲਈ ਅਪਲਾਈ ਕਰਦੇ ਨੇ। Then students ਜਿਹੜੀ fifth है scholarship that is Quebec provincial governmentship scholarship है। So again
ਮੈਰਿਟ ਦੇ ਬੇਸ ਦੇ ਉੱਪਰ ਜਿਹੜੇ ਸਟੂਡੈਂਟਸ ਮੈਰਿਟ ਲੈ ਕੇ ਕਰ ਸਕਦੇ ਨੇ ਉਹ ਇਹਦੇ ਅੰਡਰ ਅਪਲਾਈ ਕਰ ਸਕਦੇ ਨੇ। ਦੈਨ ਅੰਟਾਰੀਓ ਟ੍ਰਿਲੀਅਮ ਸਕਾਲਰਸ਼ਿਪ ਹੈ ਜਿਹੜੀ ਫਸਟ ਟਾਈਮ ਅਨਾਉਂਸ ਕੀਤੀ ਗਈ ਸੀਗੀ ਨਵੰਬਰ 2010 ਲਈ। ਅਗੇਨ ਦਿਸ ਇਜ਼ ਫॉर द ਡਾਕਟਰਲ ਸਟੂਡੈਂਟਸ ਜਿਹੜੇ ਆਪਣੀ PhD ਜਾਂ ਪੋਸਟ ਡਾਕਟਰੇਟ ਲਈ ਕੈਨੇਡਾ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ। ਜਿਹੜੀ ਟੋਟਲ ਸਕਾਲਰਸ਼ਿਪ ਹੈ that is of $40,000 ਐਨੂਅਲੀ, ठीक है। और ਜਿਹੜੀ 4 ਸਾਲ ਲਈ ਲਗਾਤਾਰ ਜਿਹੜੀ ਹੈ ਉਹ ਤੁਹਾਨੂੰ ਦਿੱਤੀ ਜਾਂਦੀ ਹੈ। ਐਂਡ 75 ਸਕੋਲਰਸ਼ਿਪਸ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਉਹ ਅਵਾਰਡ ਕੀਤੀਆਂ ਜਾਂਦੀਆਂ ਨੇ। ਐਂਡ ਦੈਨ ਦ ਸੈਕੰਡ ਇਜ਼ ਪਾਰਟਨਰਸ਼ਿਪ ਗ੍ਰਾਂਟਸ ਹੈ ਬਾਈ ਸੋਸ਼ਲ ਸਾਇੰਸਿਸ ਐਂਡ ਹਿਊਮੈਨਿਟੀ ਰਿਸਰਚ ਕਾਉਂਸਲ ਆਫ ਕੈਨੇਡਾ ਦੁਆਰਾ। ਅਗੇਨ ਦਿਸ ਇਜ਼ ਫॉर PhD ਕੈਂਡੀਡੇਟਸ। it is worth up to $20,000 Canadian dollar और ਇਹਦੀ ਡਿਊਰੇਸ਼ਨ ਜਿਹੜੀ ਹੈ 4 to 7 years ਰਹਿੰਦੀ ਹੈ। ਸੋ ਸਟੂਡੈਂਟਸ ਅਸੀਂ ਦੇਖਿਆ ਹੈ ਜਿੰਨੀਆਂ ਵੀ ਇਹ ਸਕੋਲਰਸ਼ਿਪਸ ਅਵੇਲੇਬਲ ਨੇ ਇਹਦੇ ਵਿੱਚੋਂ ਇੱਕ ਜਾਂ ਦੋ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਸਕੋਲਰਸ਼ਿਪਸ ਨੇ ਇਹ ਉਹਨਾਂ ਸਟੂਡੈਂਟਸ ਲਈ ਹੈ ਜਿਹੜੇ ਐਡਵਾਂਸ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਔਰ ਰਿਸਰਚ ਲਈ ਜਾਂ PhD ਜਾਂ ਪੋਸਟ ਡਾਕਟਰੇਟ ਲਈ ਅਪਲਾਈ ਕਰਦੇ ਨੇ। ਦੈਨ ਸਟੂਡੈਂਟਸ ਜਿਹੜੇ ਟੌਪ ਮੋਸਟ ਕੋਰਸਿਸ ਨੇ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਮੋਸਟਲੀ ਸਟੂਡੈਂਟਸ ਅਪਲਾਈ ਕਰਦੇ ਨੇ ਉਹਨਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਹੈ, ਡਾਟਾ ਐਨਾਲਿਸਿਸ ਹੈ, ਕੰਪਿਊਟਰ साइंस है, फार्मेसी है, बिजनेस है, नर्सिंग है, ह्यूमन रिसोर्स मैनेजमेंट है, आर्किटेक्चर है एंड डेंटल स्टडीज है। सो आर्टिफिशियल इंटैलिजेंस, डाटा एनालिसिस, कंप्यूटर साइंस ये सारे साइंस स्टूडेंट्स के नाल रिलेटेड ने। फार्मेसी जो है ਜਿਹੜੇ ਮੈਡੀਕਲ ਸਟੂਡੈਂਟਸ ਨੇ ਉਹ ਇਹਨਾਂ ਦੇ ਵਿੱਚ ਕਰ ਸਕਦੇ ਨੇ। ਨਰਸਿੰਗ ਕੋਰਸਿਸ ਦੇ ਵਿੱਚ ਜਿਹੜੇ ਮੈਡੀਕਲ ਦੇ ਸਟੂਡੈਂਟਸ ਨੇ ਜਿਨ੍ਹਾਂ ਕੋਲ ਫਿਜ਼ਿਕਸ, ਕੈਮਿਸਟਰੀ, ਬਾਇਓ ਹੈ ਉਹ ਅਪਲਾਈ ਕਰ ਸਕਦੇ ਨੇ। ਦੈਨ ਬਿਜ਼ਨੈਸਿਸ ਦੇ ਵਿੱਚ ਜਿਹੜੇ ਕਮਰਸ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਇਕਨੋਮਿਕਸ ਜਾਂ ਮੈਨੇਜਮੈਂਟ ਦੀ ਸਟੱਡੀਜ਼ ਜਿਹੜੀਆਂ ਉਹ ਕੀਤੀਆਂ ਆਪਣੀਆਂ +2 ਲੈਵਲ ਤੱਕ ਜਾਂ ਗ੍ਰੈਜੂਏਟ ਲੈਵਲ ਤੱਕ ਉਹ ਇਹਨਾਂ ਕੋਰਸਿਸ ਦੇ ਅੰਦਰ ਅਪਲਾਈ ਕਰ ਸਕਦੇ ਨੇ। ਦੈਨ ਦੇयर ਇਜ਼ ਆਰਕੀਟੈਕਚਰ ਆਲਸੋ ਐਂਡ ਡੈਂਟਲ ਸਟੱਡੀਜ਼ ਨੇ। ਇਹਨਾਂ ਲਈ ਤੁਹਾਨੂੰ ਆਪਣਾ ਅਲੱਗ ਤੋਂ ਜਿਹੜਾ ਐਂਟਰੈਂਸ ਟੈਸਟ ਜਿਹੜਾ ਹੈ ਮੈਡੀਕਲ ਲਾਈਨ ਵਾਲੇ ਸਟੂਡੈਂਟਸ ਨੂੰ ਜਿਹੜਾ ਹੈ ਉਹ ਦੇਣਾ ਹੁੰਦਾ ਹੈ। ਸੋ ਅਦਰ ਕੋਰਸਿਸ ਜਿਹੜੇ ਅਵੇਲੇਬਲ ਨੇ ਕੈਨੇਡਾ ਦੇ ਵਿੱਚ ਤੁਸੀਂ MS ਸਟੱਡੀ ਕਰਨ ਲਈ ਜਾ ਸਕਦੇ ਹੋ, ਮਾਸਟਰਸ ਇਨ ਕੈਨੇਡਾ ਐਜੂਕੇਸ਼ਨ ਲਾਈਕ MEd ਕਰਨ ਲਈ ਜਾ ਸਕਦੇ ਹੋ। ਸੋ ਸਟੱਡੀ ਕਰ ਸਕਦੇ ਹੋ ਕੰਪਿਊਟਰ ਸਾਇੰਸ ਵਿੱਚ ਐਂਡ ਸਟੱਡੀ ਲੌਜਿਸਟਿਕ ਐਂਡ ਸਪਲਾਈ ਚੇਨ ਮੈਨੇਜਮੈਂਟ ਵਿੱਚ ਕੈਨੇਡਾ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਦੈਨ MBA ਕਰਨ ਲਈ ਜਾ ਸਕਦੇ ਹੋ, ਇੰਜੀਨੀਅਰਿੰਗ ਕਰਨ ਲਈ ਜਾ ਸਕਦੇ ਹੋ ਐਂਡ ਵੇਰੀਅਸ ਫਾਰਮੇਸੀ ਕੋਰਸਿਸ ਜਿਹੜੇ ਕੈਨੇਡਾ ਦੇ ਵਿੱਚ ਹੈ ਉਹਨਾਂ ਦੇ ਵਿੱਚ ਸਟੱਡੀ ਕਰਨ ਲਈ ਜਾ ਸਕਦੇ ਹੋ। ਔਰ ਇਹ ਸਾਰਾ ਕੁਝ ਯੂਨੀਵਰਸਿਟੀ ਕਾਲਜ ਟੂ ਕਾਲਜ ਐਂਡ ਤੁਹਾਡੀ ਐਜੂਕੇਸ਼ਨ ਦੇ ਉੱਪਰ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ। ਸੋ ਜਿਹੜੇ ਐਂਟਰੈਂਸ ਐਗਜ਼ਾਮ ਚਾਹੀਦੇ ਨੇ ਐਡਮਿਸ਼ਨ ਲੈਣ ਲਈ ਕੈਨੇਡੀਅਨ ਯੂਨੀਵਰਸਿਟੀਜ਼ ਐਂਡ ਕਾਲਜਿਸ ਦੇ ਵਿੱਚ ਉਹਨਾਂ ਵਿੱਚ ਸਭ ਤੋਂ ਪਹਿਲਾਂ ਤੇ IELTS ਦਾ ਐਗਜ਼ਾਮ ਆਉਂਦਾ ਹੈ। ਸੋ ਦੈਟ ਇਜ਼ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ। ਦੈਨ ਟੈਸਟ ਆਫ ਇੰਗਲਿਸ਼ ਐਜ਼ ਅ ਫੋਰਨ ਲੈਂਗੁਏਜ ਜਿਹਨੂੰ ਅਸੀਂ TOEFL ਵੀ ਕਹਿੰਦੇ ਹਾਂ। ਦੈਨ ਗ੍ਰੈਜੂਏਟ ਰਿਕਾਰਡ ਐਗਜ਼ਾਮ GRE ਦਾ ਪੇਪਰ ਜਿਹੜਾ ਹੈ ਤੁਸੀਂ ਦੇ ਸਕਦੇ ਹੋ। ਦੈਨ GMAT ਦਾ ਪੇਪਰ ਜਿਹੜਾ ਹੈ ਤੁਸੀਂ ਮੈਨੇਜਮੈਂਟ ਐਪਟੀਟਿਊਡ ਟੈਸਟ ਜਿਹੜਾ ਹੈ ਉਹ ਦੇ ਸਕਦੇ ਹੋ ਜਿਨ੍ਹਾਂ ਦੇ ਥਰੂ ਤੁਸੀਂ ਆਪਣੀ ਆਫਰ ਲੈਟਰ ਜਿਹੜੀ ਹੈ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟਸ ਤੋਂ ਲੈ ਸਕਦੇ ਹੋ। ਦੈਨ ਜੇ ਤੁਹਾਡੇ ਕੋਈ ਡੈਂਟਲ ਸਾਇੰਸ ਜਾਂ ਦੂਸਰੀ ਸਾਇੰਸ ਦੇ ਰਿਲੇਟਿਡ ਸਟੱਡੀਜ਼ ਨੇ ਉਹਦੇ ਲਈ ਤੁਹਾਨੂੰ ਖਾਸ ਕਰਕੇ ਮੈਡੀਕਲ ਕਾਲਜ ਐਡਮਿਸ਼ਨ ਟੈਸਟ MCAT ਦਾ ਜਿਹੜਾ ਹੈ ਉਹ ਪੇਪਰ ਦੇਣਾ ਪਏਗਾ ਔਰ ਤੁਸੀਂ ਆਪਣੀ ਡਾਕਟਰੇਟ ਡਿਗਰੀ ਜਿਹੜੀਆਂ ਨੇ ਮੈਡੀਕਲ ਫੀਲਡਸ ਦੇ ਵਿੱਚ ਉਹਨੂੰ ਕੰਟੀਨਿਊ ਕਰ ਸਕਦੇ ਹੋ ਮੈਡੀਕਲ ਕਾਲਜ ਐਡਮਿਸ਼ਨ ਟੈਸਟ ਦੇ ਥਰੂ। ਦੈਨ ਹੈਲਥ ਐਂਡ ਸਪੋਰਟਸ ਸਰਵਿਸਿਜ਼ ਜਿਹੜੀਆਂ ਕੈਨੇਡਾ ਦੇ ਵਿੱਚ ਅਵੇਲੇਬਲ ਰਹਿਣਗੀਆਂ ਸਟੂਡੈਂਟਸ ਲਈ। ਸਭ ਤੋਂ ਪਹਿਲਾਂ ਤੇ ਹੈ ਜਦੋਂ ਵੀ ਅਸੀਂ ਜਾਂਦੇ ਹਾਂ ਇੱਕ ਚੈਲੰਜਿੰਗ एनवायरनमेंट ਹੁੰਦਾ ਹੈ ਜਿੰਨੇ ਵੀ ਨੋਨ ਰੈਜ਼ੀਡੈਂਸ਼ੀਅਲ ਕੈਨੇਡੀਅਨ ਹੁੰਦੇ ਨੇ ਜਿਸ ਤਰ੍ਹਾਂ ਕਿ ਅਸੀਂ ਹੈ ਕਿਉਂਕਿ ਇਟ ਇਜ਼ ਬਿਟ ਚੈਲੰਜਿੰਗ एनवायरनमेंट ਜਿਹੜਾ ਹੈ ਉਹ ਠੰਡਾ ਹੈ ਕੰਪੈਰੀਟਿਵਲੀ ਇੰਡੀਆ। ਅਗਰ ਇੰਡੀਆ ਦੀ ਗੱਲ ਕਰੀਏ ਜਿਹੜੇ ਨਾਰਮਲ ਟੈਂਪਰੇਚਰ ਹੈ ਉਹਦੇ ਨਾਲੋਂ ਕਾਫੀ ਡਾਊਨ ਜਿਹੜਾ ਹੈ ਉਹ ਟੈਂਪਰੇਚਰ ਚਲੇ ਜਾਂਦਾ ਹੈ। ਸੋ ਤੁਹਾਨੂੰ ਹੈਲਥ ਐਂਡ ਸਪੋਰਟ ਸਰਵਿਸਿਜ਼ ਦਾ ਜਿਹੜਾ ਹੈ ਉਹ ਪਹਿਲਾਂ ਹੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਪਤਾ ਹੋਣਾ ਚਾਹੀਦਾ ਹੈ ਔਰ ਲੋੜ ਪੈਣ ਤੇ ਤੁਸੀਂ ਕੀ ਕਰਨਾ ਹੈ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਸੋ ਇਨ ਗੇਟ ਤੁਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਹੈਸਲਡ ਹੁੰਦੇ ਹੋ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ देयर आर ਪ੍ਰੀ ਅਰਾਈਵਲ ਸਪੋਰਟ ਗਾਈਡ ਹੈ। ਸੋ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਪ੍ਰੀ ਅਰਾਈਵਲ ਸਪੋਰਟ ਗਾਈਡ ਪ੍ਰੋਵਾਈਡ ਕਰਦੇ ਨੇ ਜਿਹੜੇ ਤੁਹਾਨੂੰ ਦੱਸਦੇ ਨੇ
कि तुसी मैडिकल जिहड़ी फैसिलिटी है वो तुहाडी कित्थे अवेलेबल है, या मैडिकल इंश्योरेंस अवेलेबल किस तरह है, अकोमोडेशन ऑप्शंस की ने, या स्ट्रैटेजीज की ने, तुहाडे लिविंग एक्सपेंसेस नूं तुसी किस तरह मेंटेन करना है. So you can get all this support or guidance from pre-arrival support guide centers ਜਿਹੜੇ ਸਾਡੇ ਹਰ ਇੰਸਟੀਚਿਊਟ ਦੇ ਵਿੱਚ ਅਵੇਲੇਬਲ ਰਹਿੰਦੇ. ਉਸ ਤੋਂ ਇਲਾਵਾ ਕੈਂਪਸ ਸਪੋਰਟ ਸਰਵਿਸਿਜ਼ ਜਿਹੜੀਆਂ ਹੈ ਉਹ ਅਵੇਲੇਬਲ ਰਹਿੰਦੀਆਂ, ਜਿਹਦੇ ਵਿੱਚ ਓਰੀਐਂਟੇਸ਼ਨ ਪ੍ਰੋਗਰਾਮਸ ਜਿਹੜੇ ਨੇ ਅਕੋਰਡਿੰਗ ਟੂ ਚਲਾਏ ਜਾਂਦੇ ਨੇ. ਇਹਨਾਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਆਪਣੀ ਸਟੱਡੀ ਨੂੰ ਸਪੋਰਟ ਕਰਨਾ ਹੈ, ਐਜੂਕੇਸ਼ਨਲ ਵਰਕਸ਼ਾਪਸ ਲੱਗਦੀਆਂ ਨੇ, ਕਲਚਰਲ ਸੈਲੀਬ੍ਰੇਸ਼ਨਸ ਜਿਹੜੇ ਹੁੰਦੇ ਹੈ, ਔਰ ਕਿਸ ਤਰ੍ਹਾਂ ਤੁਸੀਂ ਆਪਣੇ ਐਕੈਡੈਮਿਕ ਨੂੰ ਸਪੋਰਟ ਕਰਦੇ ਹੋ. These are all explained in it. Sometimes students accommodation and employment or internship opportunities भी ਜਿਹੜੀਆਂ ਹੈ ਉਹ campus support service ਦੇ through ਸਾਨੂੰ information ਜਿਹੜੀ ਹੈ ਉਹ ਮਿਲ ਜਾਂਦੀ ਹੈ. Support for students ਜਿਹੜੇ disability students ਨੇ, ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਜਾਂਦੀ ਹੈ, then ਉਹਨਾਂ ਲਈ ਵੀ supports ਜਿਹੜੀ ਹੈ ਉਹ available ਰਹਿੰਦੀ ਹੈ. Students ਦੀਆਂ ਆਪਣੀਆਂ ਐਸੋਸੀਏਸ਼ਨਸ ਨੇ, ਜਿੱਦਾਂ ਯੂਨੀਵਰਸਿਟੀ ਆਫ ਕੈਲਗਰੀ ਜਿਹੜੀ ਹੈ as a newcomer and international students committee ਹੈ, ਜਿਹਦੇ ਵਿੱਚ intercultural students ਦੀ voice ਨੂੰ ਜਿਹੜਾ ਹੈ ਉਹ raise ਕੀਤਾ ਜਾਂਦਾ ਹੈ, and in front of both the graduate student association and university administration ਦੇ ਨਾਲ. ਸੋ ਜਿਹੜੀਆਂ ਸਪੋਰਟ ਸਰਵਿਸਿਜ਼ ਨੇ ਇਹ ਤੁਹਾਨੂੰ ਸਟੂਡੈਂਟਸ ਉੱਥੇ ਆਪਣੀ ਯੂਨੀਵਰਸਿਟੀ ਐਂਡ ਕੈਂਪਸ ਤੋਂ ਜਿਹੜੀਆਂ ਹੈ ਉਹ ਸਾਰੀਆਂ ਇਨਫੋਰਮੇਸ਼ਨ ਉੱਥੋਂ ਮਿਲ ਜਾਂਦੀ ਹੈ ਤੁਹਾਨੂੰ. ਇਸ ਤੋਂ ਇਲਾਵਾ ਸਟੂਡੈਂਟਸ ਐਸੋਸੀਏਸ਼ਨ ਆਫ ਕੈਂਪਸ ਜਿਹੜੀ ਹੈ ਉਹ ਅਵੇਲੇਬਲ ਰਹਿੰਦੀ ਹੈ. ਸੋ ਕੈਨੇਡੀਅਨ ਫੈਡਰੇਸ਼ਨ ਆਫ ਸਟੂਡੈਂਟਸ and Canadian Alliance of Student Association, ਦੋ great associations ਨੇ ਜਿਹੜੀਆਂ resources ਜਾਂ assistance ਜਿਹੜੀ ਹੈ ਉਹ foreign national students ਨੂੰ provide ਕਰਦੇ ਨੇ. So international student stay facility available है, University of Waterloo ਜਿਹੜੀ ਹੈ ਉਹ provide ਕਰਦੀ ਹੈ accommodation students ਨੂੰ during the exam in December and their commencement of classes in January. So ਇਸ ਪ੍ਰੋਗਰਾਮ ਨੂੰ ਉਹਨਾਂ ਨੇ December International Student Stay ਪ੍ਰੋਗਰਾਮ ਦਾ ਨਾਮ ਦਿੱਤਾ ਹੈ. ਸੋ ਇਸ ਤੋਂ ਇਲਾਵਾ ਲੀਗਲ ਏਡ ਕਲੀਨਿਕ ਹਨ ਕੈਨੇਡਾ ਦੇ ਵਿੱਚ ਅਵੇਲੇਬਲ, ਜਿੱਥੋਂ ਤੁਸੀਂ ਆਪਣੀ ਲੀਗਲ ਐਡਵਾਈਸ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ. ਜੇ ਤੁਸੀਂ ਲੀਗਲ ਅਥਾਰਟੀਜ਼ ਤੋਂ ਆਪਣੀ ਫੀਸ ਜਾਂ ਉਹ ਅਫੋਰਡ ਨਹੀਂ ਕਰ ਸਕਦੇ, ਯੂ ਕੈਨ ਗੋ ਟੂ ਲੀਗਲ ਏਡ ਕਲੀਨਿਕਸ. ਉਹ ਤੁਹਾਨੂੰ ਸਾਰੀ ਦੀ ਸਾਰੀ ਕੰਸਲਟੈਂਸ ਜਿਹੜੀ ਹੈ ਉਹ ਪ੍ਰੋਵਾਈਡ ਕਰਦੇ ਨੇ. Then mental health support association ਜਿਹੜੀ ਹੈ ਉਹ ਹੈ. So Canadian government not only way important to physical health but ਤੁਹਾਡੀ mental health ਦੇ ਉੱਪਰ ਵੀ ਉਹ ਤੁਹਾਨੂੰ ਪੂਰੀ ਜਿਹੜੀ ਹੈ ਐਸੋਸੀਏਸ਼ਨ ਦਿੰਦੀ ਹੈ. Canadian ਕੁਝ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਲਥ ਆਰਗੇਨਾਈਜੇਸ਼ਨ ਨੇ, ਜਿੱਦਾਂ teenmentalhealth.org ਹੈ, JED ਫਾਊਂਡੇਸ਼ਨ ਹੈ, ਕ੍ਰਾਈਸਿਸ ਸਰਵਿਸਿਜ਼ ਕੈਨੇਡਾ ਹੈ, ਐਂਡ ਦ ਨੈਸ਼ਨਲ ਈਟਿੰਗ ਡਿਸਆਰਡਰ ਇਨਫੋਰਮੇਸ਼ਨ ਸੈਂਟਰ ਹੈ, ਜਿਹੜੀਆਂ ਤੁਹਾਡੀਆਂ ਸਪੈਸ਼ਲਾਈਜ਼ਡ ਮੈਂਟਲ ਪ੍ਰੋਬਲਮਸ ਨੂੰ ਹੈਂਡਲ ਕਰਦੇ ਨੇ ਔਰ ਤੁਹਾਨੂੰ ਗਾਈਡਸ ਜਿਹੜੀ ਹੈ ਉਹ ਸਪੋਰਟ ਕਰਦੇ ਹੈ. ਸੋ ਸਟੂਡੈਂਟਸ ਇਸ ਤੋਂ ਇਲਾਵਾ ਤੁਸੀਂ ਇਸ ਗੱਲ ਦਾ ਧਿਆਨ ਰੱਖੋ, ਕਿਉਂਕਿ ਮੋਸਟਲੀ ਯੂਨੀਵਰਸਿਟੀਜ਼ ਐਂਡ ਜਿਹੜੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਨੇ ਤੁਹਾਨੂੰ ਹੈਲਥ ਇੰਸ਼ੋਰੈਂਸਿਸ ਪ੍ਰੋਵਾਈਡ ਕਰਦੇ ਨੇ, ਪਰ ਇਨ ਕੇਸ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਤੇ ਤੁਸੀਂ ਖੁਦ ਆਪਣੇ ਲਈ ਉਹ ਜਿਹੜੀ ਹੈ ਉਹ ਅਰੇਂਜ ਕਰ ਸਕਦੇ ਹੋ, ਔਰ ਉਹਦੇ ਲਈ ਇਹ ਸਾਰੀਆਂ ਫੈਸਿਲਿਟੀਜ਼ ਸਪੋਰਟ ਸਰਵਿਸਿਜ਼ ਤੋਂ ਤੁਸੀਂ ਕੰਟੈਕਟ ਕਰ ਸਕਦੇ ਹੋ. ਇਸ ਤੋਂ ਇਲਾਵਾ ਇਨ ਕੇਸ ਆਫ ਐਨੀ ਐਮਰਜੈਂਸੀ ਜਿਹੜਾ ਟੋਲ ਫ੍ਰੀ ਨੰਬਰ ਹੈ that is 911. This is a common number for fire, police and ambulance. So students, you can call at this number in case of any emergency. So employment prospects ਕੀ ਨੇ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਨਵੇਂ ਜਾ ਰਹੇ ਨੇ. So first of all ਤੁਹਾਡਾ work right ਜਿਹੜਾ ਹੈ ਉਹ ਬਹੁਤ ਹੀ ਰਿਜ਼ਰਵਡ ਹੈ. ਕੈਨੇਡਾ ਗਵਰਨਮੈਂਟ ਤੁਹਾਨੂੰ ਤੁਹਾਡੀ ਸਟੱਡੀ ਦੇ ਇਲਾਵਾ ਤੁਹਾਨੂੰ ਕਿਸੇ ਦੂਸਰੇ ਤਰ੍ਹਾਂ ਦਾ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੈ. ਯੂ ਕੈਨ ਵਰਕ ਫॉर 20 ਆਵਰਸ ਅ ਵੀਕ, ਜਿਹੜੀ ਤੁਹਾਡੀ ਸਟੱਡੀ ਨੂੰ ਸਪੋਰਟ ਕਰਦਾ ਹੈ ਐਂਡ ਤੁਹਾਡੇ ਲਿਵਿੰਗ ਐਕਸਪੈਂਸਿਸ ਨੂੰ ਸਪੋਰਟ ਕਰਦਾ ਹੈ. ਵਰਕ ਰਾਈਟਸ ਜਿਹੜੇ ਨੇ ਉਹ ਅਵੇਲੇਬਲ ਨੇ ਸਟੂਡੈਂਟਸ ਦੇ ਕੋਲ. ਉਹ ਕਿਸੇ ਵੀ ਐਮਪਲੋਇਰ ਕੋਲ ਜਾ ਕੇ ਕਿਸੇ ਵੀ ਤਰ੍ਹਾਂ ਦਾ ਕੰਮ ਆਪਣੀ ਸਟੱਡੀਜ਼ ਦੇ ਦੌਰਾਨ ਜਿਹੜਾ ਹੈ ਉਹ ਕਰ ਸਕਦੇ ਨੇ ਸਟੂਡੈਂਟਸ. ਸੋ ਆਫਟਰ ਤੁਸੀਂ ਜਦੋਂ ਆਪਣੀ ਗ੍ਰੈਜੂਏਟ ਡਿਗਰੀ ਕਰ ਲੈਂਦੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ, ਜਿਹੜਾ ਕਿ
आफ्टर 2 ईयर ऑफ योर ग्रेजुएट प्रोग्राम ਜਿਹੜਾ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਹੈ ਉਹ ਹਰ ਕਿਸੇ ਨੂੰ ਮਿਲਦਾ ਹੈ ਜਿਹੜਾ ਲੇਟਰ ਔਨ ਤੁਹਾਡਾ ਪਰਮਾਨੈਂਟ ਰੈਜ਼ੀਡੈਂਟ ਜੇ ਤੁਸੀਂ ਉੱਥੇ ਰਹਿਣਾ ਚਾਹੁੰਦੇ ਹੋ ਸਟੇ ਕਰਨਾ ਚਾਹੁੰਦੇ ਹੋ ਔਰ ਉਹ ਤੁਹਾਡਾ ਹੈਲਪਫੁਲ ਰਹੇਗਾ ਤੁਹਾਡੇ ਪਰਮਾਨੈਂਟ ਰੈਜ਼ੀਡੈਂਟ ਦੇ ਵਿੱਚ ਇਸ ਤੋਂ ਇਲਾਵਾ ਸਟੂਡੈਂਟਸ ਤੁਸੀਂ ਇਨਫੋਰਮੇਸ਼ਨ ਜਿਹੜੀ ਹੈ EMPLOYMENT ਬਾਰੇ ਕਲੈਕਟ ਕਰ ਸਕਦੇ ਹੋ ਕਿ ਕਿਸ ਤਰੀਕੇ ਦੇ ਕੰਮ ਜਿਹੜੇ ਅਵੇਲੇਬਲ ਨੇ ਕਿਸ ਫੀਲਡ ਦੇ ਵਿੱਚ ਕੰਮ ਅਵੇਲੇਬਲ ਨੇ ਤੁਸੀਂ ਕੈਨੇਡਾ ਦੀ ਅਫੀਸ਼ੀਅਲ ਸਾਈਟ ਦੇ ਉੱਪਰ ਜਾ ਕੇ ਤੁਸੀਂ ਆਪਣੇ ਲਈ ਉਹ ਕੰਮ ਜਿਹੜਾ ਹੈ ਅਵੇਲੇਬਲ ਕਰ ਸਕਦੇ ਹੋ ਸੋ EMPLOYMENTS are daily updated on the Canadian government website. Why or reasons ki ne Canada de vich higher studies choose karan de so first of all international students jada hai har saal million of students hote janda hai and Canada de jehdi fees structure hai international students da comparatively other countries jada hai wo ਘੱਟ है और ਜਿਹੜੀ ਕੈਨੇਡਾ ਦੀ ਸਟੱਡੀ ਹੈ ਉਹ globally recognized है so there are 6 topmost reasons why Canada could be a great choice so first of all academic excellence ਜਿਹੜੇ 26 Canadian universities rank ਕਰਦੀਆਂ ਨੇ QS World University Ranking System 2019 ਦੇ ਅੰਦਰ and 27 of them in the World University Ranking 2019 so ਤੁਸੀਂ ਦੇਖ ਸਕਦੇ ਹੋ the best academic excellence ਜਿਹੜਾ ਹੈ ਉਹ ਕੈਨੇਡਾ ਦੀਆਂ ਯੂਨੀਵਰਸਿਟੀਜ਼ ਐਂਡ ਕਾਲਜਸ ਜਿਹੜੇ ਨੇ ਉਹ ਪ੍ਰੋਵਾਈਡ ਕਰਦੇ ਨੇ then you have ample research opportunities ਤੁਸੀਂ discipline of medicine telecommunication agriculture environment sciences and technologies ਦੇ ਵਿੱਚ ਬਹੁਤ ਸਾਰੀਆਂ scholarships ਜਿਹੜੀਆਂ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਹਾਇਰ ਸਟੱਡੀਜ਼ ਦੇ ਵਿੱਚ ਰਿਸਰਚ ਕਰਨ ਲਈ ਜਿਹੜੀਆਂ ਹੈ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਕੈਨੇਡਾ ਗਵਰਨਮੈਂਟ ਦੁਆਰਾ then affordable and falls in budget hai tuition fees in Canada again comparatively less hai as compared to university in US UK Australia or New Zealand so fourth reason jada hai it is the safest and peaceful country hai it ranked 6th in global peace index and ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਨੇਡਾ ਇੱਕ ਬਹੁਤ ਹੀ ਸੇਫ ਤੇ ਪੀਸਫੁਲ ਕੰਟਰੀ ਜਿਹੜਾ ਹੈ ਉਹ ਹੈ ਇਸ ਤੋਂ ਇਲਾਵਾ ਤੁਸੀਂ 20 ਆਵਰਸ ਲਈ ਕੰਮ ਕਰ ਸਕਦੇ ਹੋ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟਸ ਡਿਊਰਿੰਗ ਯੂਅਰ ਸਟੱਡੀਜ਼ ਤੁਹਾਨੂੰ ਇਹਦੇ ਲਈ ਕਿਸੇ ਵੀ ਤਰ੍ਹਾਂ ਦਾ ਅਲੱਗ ਤੋਂ ਵਰਕ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਸੋ ਤੁਸੀਂ ਆਪਣੇ ਸਟੱਡੀ ਪਰਮਿਟ ਦੇ ਉੱਪਰ ਹੀ 20 ਆਵਰਸ ਵੀਕਲੀ ਜਿਹੜਾ ਹੈ ਉਹ ਕੰਮ ਕਰ ਸਕਦੇ ਹੋ ਔਰ ਆਪਣੇ ਫਾਈਨੈਂਸਿਸ ਨੂੰ ਸਪੋਰਟ ਕਰ ਸਕਦੇ ਹੋ then you have the immigration opportunities after your postgraduate work permit students ਜਿਹੜੇ ਨੇ ਉਹ stay ਕਰ ਸਕਦੇ ਨੇ ਕੈਨੇਡਾ ਦੇ ਵਿੱਚ ਔਰ ਅਗਰ ਉਹ ਉੱਥੇ ਰਹਿਣਾ ਚਾਹੁੰਦੇ ਨੇ ਤੇ ਉਹ ਆਪਣਾ permanent residence PR ਲਈ apply ਕਰ ਸਕਦੇ ਨੇ ਔਰ that is very helpful for the student so students these are all the basic requirements for study visa ਇਹਦੇ ਵਿੱਚ ਮੈਂ ਤੁਹਾਨੂੰ explain ਕਰ ਦਿੱਤਾ ਹੈ ਸਾਰਾ ਕਿ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀਆਂ ਸਪੋਰਟ ਸਰਵਿਸਿਜ਼ ਕਿਸ ਤਰ੍ਹਾਂ ਦੀਆਂ ਹੈਲਥ ਇੰਸ਼ੋਰੈਂਸਿਸ ਕਿਸ ਤਰ੍ਹਾਂ ਦੇ ਕੋਰਸ ਕੈਨੇਡਾ ਦੇ ਵਿੱਚ ਅਵੇਲੇਬਲ ਨੇ ਔਰ ਤੁਹਾਨੂੰ ਕੀ ਬੈਨੀਫਿਟ ਹੈ ਕੈਨੇਡਾ ਦੇ ਵਿੱਚ ਸਟੱਡੀ ਕਰਨ ਦਾ ਸੋ ਇਸ ਤੋਂ ਇਲਾਵਾ ਅਸੀਂ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਗਾਈਡ ਕਰਦਾ ਰਹਾਂਗੇ ਕਿ ਜਿਹੜੇ ਸਾਇੰਸ ਸਟਰੀਮ ਦੇ ਸਟੂਡੈਂਟਸ ਨੇ ਉਹਨਾਂ ਨੂੰ ਕਿਹੜੇ ਕੋਰਸਿਸ ਅਡਾਪਟ ਕਰਨੇ ਚਾਹੀਦੇ ਨੇ ਤਾਂ ਕਿ ਉਹਨਾਂ ਦੇ ਸਕਸੈਸਫੁਲ ਜਿਹੜਾ ਵੀਜ਼ਾ ਹੈ ਉਹ 100% ਰਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਸੋ ਸਟੂਡੈਂਟਸ ਮੇਰੇ ਕੋਲ ਕੁਝ ਕੁਐਸਚਨਸ ਆ ਰਹੇ ਨੇ ਰਾਈਟ ਨਾਓ ਕਿ ਜੇ ਕਿਸੇ ਸਟੂਡੈਂਟਸ ਦੇ 5.5 ਬੈਂਡ ਨੇ ਕਿਸੇ ਇੱਕ ਮੋਡਿਊਲ ਦੇ ਵਿੱਚ ਕੀ ਉਹ SDS ਪ੍ਰੋਗਰਾਮ ਦੇ ਅੰਦਰ ਅਪਲਾਈ ਕਰ ਸਕਦਾ ਹੈ ਸੋ ਸਟੂਡੈਂਟਸ ਤੁਸੀਂ SDS ਪ੍ਰੋਗਰਾਮ ਦੀ ਬੇਸਿਕ ਰਿਕੁਆਇਰਮੈਂਟ ਹੈ ਕਿ ਤੁਸੀਂ 6 ਬੈਂਡਸ ਜਿਹੜੇ ਨੇ ਹਰ ਇੱਕ ਮੋਡਿਊਲ ਦੇ ਵਿੱਚੋਂ ਲੈਣੇ ਹੈ ਤੇ ਤੁਹਾਡੇ ਕਿਸੇ ਇੱਕ ਮੋਡਿਊਲ ਦੇ ਵਿੱਚ 5.5 ਬੈਂਡ ਹੈਗੇ ਹੈ ਤੇ ਤੁਸੀਂ ਫਿਰ ਵੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਬਟ ਦੈਟ ਇਜ਼ ਦਾ ਨਾਰਮਲ ਪ੍ਰੋਸੀਜਰ ਟੂ ਅਪਲਾਈ ਫॉर ਕੈਨੇਡਾ ਸਟੱਡੀ ਪਰਮਿਟ ਪਰ ਉਹ SDS ਦੇ ਅੰਦਰ ਨਹੀਂ ਹੋਏਗਾ ਇੱਕ ਨਾਰਮਲ ਪ੍ਰੋਸੀਜਰ ਹੋਏਗਾ ਜਿਹਦੇ ਵਿੱਚ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ 5 ਤੋਂ 6 ਹਫ਼ਤੇ ਦਾ ਹੋ ਸਕਦਾ ਹੈ ਜਾਂ ਉਸ ਤੋਂ ਜ਼ਿਆਦਾ ਹੋ ਸਕਦਾ ਹੈ ਪਰ SDS ਪ੍ਰੋਗਰਾਮ ਦੇ ਅੰਦਰ ਜਿਹੜਾ ਤੁਹਾਡਾ ਪ੍ਰੋਸੈਸਿੰਗ ਟਾਈਮ ਹੈ ਉਹ 20 ਕੈਲੰਡਰ ਡੇਜ਼ ਨੇ ਜਿਹਦੇ ਵਿੱਚ ਤੁਹਾਡਾ ਜਿਹੜਾ ਹੈ ਸਟੱਡੀ ਪਰਮਿਟ ਆ ਜਾਂਦਾ ਹੈ ਔਰ ਅਸੀਂ ਰੀਸੈਂਟ ਟਾਈਮ ਦੇ ਵਿੱਚ ਇਹ ਵੀ ਵੇਖਿਆ ਹੈ ਕਿ ਜਿਸ ਤਰ੍ਹਾਂ ਹੀ ਤੁਹਾਡੇ ਬਾਇਓਮੈਟ੍ਰਿਕ ਹੁੰਦੇ ਨੇ ਵਿਦਿਨ 1 or 2 ਮਿੰਟ ਵੀ SDS ਪ੍ਰੋਗਰਾਮ ਦੇ ਅੰਦਰ ਜਿਹੜੇ ਵੀਜ਼ਾਸ ਨੇ
ਉਹ ਸਟੂਡੈਂਟਸ ਲਈ ਅਵੇਲੇਬਲ ਹੋਏ। ਸੋ ਸਟੂਡੈਂਟਸ ਤੁਸੀਂ ਅਪਲਾਈ ਕਰ ਸਕਦੇ ਹੋ ਜਨਵਰੀ 2021 ਇਨਟੇਕ ਲਈ। ਫਿਲਹਾਲ ਤੁਸੀਂ ਆਪਣੀ ਆਨਲਾਈਨ ਕੋਚਿੰਗ ਜਿਹੜੀ ਹੈ ਉਹ ਆਇਲਸ ਦੀ ਲੈ ਸਕਦੇ ਹੋ, ਕਿਉਂਕਿ ਹਜੇ ਆਇਲਸ ਦੇ ਐਗਜ਼ਾਮ ਵੀ ਜਿਹੜੇ ਹੈ ਉਹ ਨਹੀਂ ਹੋ ਰਹੇ, ਬਟ ਮੋਸਟ ਪ੍ਰੋਬੇਬਲੀ ਜੁਲਾਈ ਮਿਡ ਜਾਂ ਜੁਲਾਈ ਲਾਸਟ ਤੱਕ ਇਹ ਐਗਜ਼ਾਮਸ ਜਿਹੜੇ ਨੇ ਉਹ ਸ਼ੁਰੂ ਹੋ ਜਾਣਗੇ, ਕਿਉਂਕਿ ਦੂਸਰੇ ਕੰਟਰੀਜ਼ ਦੇ ਵਿੱਚ ਇਹ ਆਲਰੇਡੀ ਸ਼ੁਰੂ ਹੋ ਚੁੱਕੇ ਨੇ। ਐਂਡ ਮੋਸਟ ਪ੍ਰੋਬੇਬਲੀ ਜਿਹੜੇ VFS ਸੈਂਟਰਸ ਨੇ ਉਹ ਵੀ ਨੈਕਸਟ ਮੰਥ ਓਪਨ ਹੋ ਰਹੇ ਨੇ। ਐਂਡ ਹੋਪਫੁਲੀ ਉਹ ਸਟੂਡੈਂਟਸ ਜਿਨ੍ਹਾਂ ਦਾ ਡ੍ਰੀਮ ਬਾਹਰ ਜਾ ਕੇ ਹਾਇਰ ਐਜੂਕੇਸ਼ਨ ਲੈਣ ਦਾ ਸੀਗਾ, ਚਾਹੇ ਉਹ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਕੈਨੇਡਾ ਹੈ, ਉਹ ਆਪਣਾ ਡ੍ਰੀਮ ਨੂੰ ਫੁਲਫਿਲ ਕਰ ਸਕਦੇ ਨੇ। ਔਰ in case of any assistance you can come to an office by taking an appointment। ਤੁਸੀਂ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਕਿਸੇ ਵੀ ਵੇਲੇ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡੇ ਕਾਉਂਸਲਰਸ ਜਿਹੜੇ ਨੇ ਉਹ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਜਿਹੜੀ ਹੈ ਅਬਾਊਟ ਯੂਰ ਕੈਨੇਡਾ ਜਨਵਰੀ 2021 ਇਨਟੇਕ ਲਈ ਜਿਹੜੀ ਹੈ ਉਹ ਪ੍ਰੋਵਾਈਡ ਕਰਨਗੇ। ਔਰ ਜੇ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਡਾਊਟਸ ਨੇ ਤੇ ਤੁਹਾਨੂੰ ICCRC ਮੈਂਬਰ ਜਿਹੜੇ ਸਾਡੇ ਨੇ ਉਹਨਾਂ ਦੇ ਨਾਲ ਤੁਹਾਡੇ ਡਾਊਟਸ ਜਿਹੜੇ ਨੇ ਉਹ ਸਾਰੇ ਕਲੀਅਰ ਕਰ ਦਿੱਤੇ ਜਾਣਗੇ। ਸੋ ਥੈਂਕ ਯੂ ਸਟੂਡੈਂਟਸ, ਹੋਪ ਤੁਹਾਨੂੰ ਮੇਰੀ ਐਕਸਪਲੇਨੇਸ਼ਨ ਜਿਹੜੀ ਹੈ ਸਟੱਡੀ ਪਰਮਿਟ ਦੇ ਬਾਰੇ ਸਾਰੀ ਪਤਾ ਲੱਗ ਗਈ ਹੋਏਗੀ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜਾਂ ਆਫਿਸ ਵਿਜ਼ਿਟ ਕਰ ਸਕਦੇ ਹੋ, ਜਾਂ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਉਹਦੇ ਉੱਪਰ ਤੁਸੀਂ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਸਕਦੇ ਹੋ। So thank you very much.